ਨਾਨਕ ਸਿੰਘ ਦਾ ਨਾਵਲ ਮੰਝਦਾਰ ਦਾ 14ਵਾਂ ਅੰਕ। ਉਸ ਤੋਂ ਅਗਲੇ ਦਿਨ ਦੁਪਹਿਰੇ ਜਦ ਸ਼ਿਬੂ ਕੈਂਪ 'ਚ ਪਹੁੰਚਿਆ ਤਾਂ ਨਵਲ ਕਿਸ਼ੋਰ ਘਰ ਨਹੀਂ ਸੀ। ਉਹ ਅੱਜ ਨਵਲ ਕਿਸ਼ੋਰ ਨਾਲ ਰਲ ਕੇ ਕੋਈ ਉਚੇਚੀ ਸਲਾਹ ਕਰਨੀ ਚਾਹੁੰਦਾ ਸੀ, ਪਰ ਕਾਫੀ ਚਿਰ ਦੀ ਉਡੀਕ ਤੋਂ ਬਾਅਦ ਬਿਨਾਂ ਮਿਲਿਆ ਹੀ ਮੁੜ ਗਿਆ। ਨਿਹਾਲੋ ਨਾਲ ਗੱਲਾਂ ਕਰਦਿਆਂ ਸ਼ਿਬੂ ਪਾਸੋਂ ਇੱਕ ਭੁੱਲ ਹੋ ਗਈ। ਕੱਲ੍ਹ ਸ਼ਾਮੀ ਪੁਲੀ 'ਤੇ ਬੈਠਿਆਂ ਜਿਹੜੀਆਂ ਗੱਲਾਂ ਦੋਹਾਂ ਵਿਚਾਲੇ ਹੋਈਆਂ ਸੀ, ਉਹਨੇ ਲਗਭਗ ਸਾਰੀਆਂ ਹੀ ਨਿਹਾਲੋ ਨੂੰ ਕਹਿ ਸੁਣਾਈਆਂ, ਸਗੋਂ ਮੁੰਡ ਪੁਣੇ ਦੀ ਜਲਦਬਾਜ਼ੀ ਕਾਰਨ ਕੁਝ ਵਧਾ ਚੜ੍ਹਾ ਕੇ ਵੀ, ਜਿਨ੍ਹਾਂ ਦਾ ਮਤਲਬ ਕੁਝ ਇਸ ਤਰ੍ਹਾਂ ਦਾ ਨਿਕਲ ਸਕਦਾ ਸੀ ਕਿ ਚਾਚੀ ਕਿਸ਼ੋਰ ਤਾਂ ਬੜੇ ਭਾਰੇ ਖਤਰੇ 'ਚ ਫਸ ਗਿਆ। ਜੇ ਭੇਦ ਖੁੱਲ੍ਹ ਗਿਆ ਤਾਂ ਪੰਡਤ ਨੂੰ ਤਾਂ ਕਿਸੇ ਪੁੱਛਣਾ ਨਹੀਂ, ਪਰ ਕਿਸ਼ੋਰ ਨੂੰ ਜ਼ਰੂਰ 5-7 ਸਾਲਾਂ ਦੀ ਠੁੱਕ ਜਾਏਗੀ। ਸ਼ਿਬੂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਨਿਹਾਲੋ ਦਾ ਕੀ ਹਾਲ ਹੋਇਆ ਇਹਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਜਿਸ ਬਾਬਤ ਇੰਨਾ ਹੀ ਦੱਸਣਾ ਕਾਫੀ ਹੋਏਗਾ ਕਿ ਉੱਧਰ ਸ਼ਿਬੂ ਦੇ ਪਿੱਠ ਦੇਣ ਦੀ ਦੇਰ ਹੋਈ, ਇੱਧਰ ਨਿਹਾਲੋ ਵਿਚਾਰੀ ਸੱਥਰ ਲੈ ਗਈ, ਉਹਨੂੰ ਗਸ਼ਾਂ ਪੈਣ ਲੱਗੀਆਂ। ਇਸ ਉੱਤੇ ਮੁਸੀਬਤ ਇਹ ਕਿ ਜਾਂਦਾ ਹੋਇਆ ਸ਼ਿਬੂ ਉਹਨੂੰ ਸਖਤ ਤਾਕੀਦ ਕਰ ਗਿਆ ਕਿ ਇਸ ਗੱਲ ਦਾ ਭੁੱਲ ਕੇ ਵੀ ਕਿਸੇ ਪਾਸੇ ਜ਼ਿਕਰ ਨਾ ਕਰੇ। ਜੇ ਕੀਤਾ ਤਾਂ ਸਮਝ ਲਏ ਕਿ ਨਵਲ ਕਿਸ਼ੋਰ ਹੈ ਨਹੀਂ, ਨਾ ਹੀ ਹਾਲੇ ਨਵਲ ਕਿਸ਼ੋਰ ਨੂੰ ਕੁਝ ਕਹੇ ਸੁਣੇ ਛੇਤੀ ਉਹ ਇਸ ਬਾਰੇ ਮੁਨਾਸਿਬ ਉਪਾਅ ਸੋਚੇਗਾ। ਨਿਹਾਲੋ ਦੇ ਪ੍ਰਸੂਤ ਸਮੇਂ 'ਚ ਸ਼ਾਇਦ ਅਜੇ ਕੁਝ ਦਿਨਾਂ ਦੀ ਦੇਰ ਸੀ, ਪਰ ਇਸ ਜ਼ਿਕਰ ਦੇ ਸੁਣਨ ਦੀ ਢਿੱਲ ਸੀ ਕਿ ਉਹਨੂੰ ਇੱਕਦਮ ਪੀੜਾਂ ਸ਼ੁਰੂ ਹੋ ਗਈਆਂ। ਪੈਰੋਂ ਪੈਰ ਉਹਦੀ ਹਾਲਤ ਖਰਾਬ ਹੁੰਦੀ ਚਲੀ ਗਈ। ਉਹਦੇ ਹੱਥ ਪੈਰ ਮੁੜ ਗਏ, ਰੰਗ ਪੀਲਾ ਪੈ ਗਿਆ। ਪਲੋ ਪਲੀ ਘਰ 'ਚ ਹਾਹਾਕਾਰ ਮਚ ਗਈ। ਮੱਘਰਮੱਲ ਦੇ ਤੰਬੂ ਅੱਗੇ ਜਨਾਨੀਆਂ ਦੀ ਭੀੜ ਲੱਗ ਪਈ। ਵਿਚਾਰੇ ਮੱਘਰਮੱਲ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕੁੜੀਆਂ ਨੇ ਵੱਖਰਾ ਚੀਕ ਚਿਹਾੜਾ ਪਾ ਦਿੱਤਾ। ਕੇਵਲ ਕੁਮਾਰੀ ਇਸ ਟੱਬਰ 'ਚ ਇੱਕ ਐਸਾ ਜੀ ਸੀ ਜਿਹਨੂੰ ਛੁੱਟ ਆਪਣੇ ਸਾਥੀਆਂ ਨਾਲ ਮਿੱਟੀ ਘੱਟੇ 'ਚ ਖੇਡਣ ਤੋਂ ਹੋਰ ਕਿਸੇ ਗੱਲ ਦੀ ਪਰਵਾਹ ਨਹੀਂ ਸੀ। ਨਵਲ ਕਿਸ਼ੋਰ ਵਾਲਾ ਆਦਮੀ ਭਜਵਾਇਆ ਗਿਆ। ਉਹਨੇ ਆ ਕੇ ਜਦ ਮਾਂ ਦਾ ਹਾਲ ਵੇਖਿਆ ਤਾਂ ਉਹਦੀ ਖਾਨਿਓਂ ਗਈ। ਦੋਵੇਂ ਕੁੜੀਆਂ ਰੋ ਰੋ ਕੇ ਫਾਵੀਆਂ ਹੋ ਰਹੀਆਂ ਸੀ। ਚੁੱਲ੍ਹੇ 'ਚ ਅੱਗ ਬਾਲ ਕੇ ਕਿਤੇ ਟਕੋਰ ਕਰਨ ਲਈ ਪਾਣੀ ਗਰਮ ਕਰਨ, ਕਿਤੇ ਹੋਰ ਜਿਵੇਂ ਕੋਈ ਵੱਡੀ ਵਡੇਰੀ ਦੱਸਦੀ ਕਾੜੇ ਆਦਿ ਬਣਾਉਣ 'ਚ ਲੱਗੀਆਂ ਹੋਈਆਂ ਸਨ। ਕੈਂਪ 'ਚ ਜਿਹੜੀਆਂ ਕੋਈ ਸਿਆਣੀਆਂ ਤੀਵੀਆਂ ਸਨ ਉਹਨਾਂ ਨੂੰ ਸੱਦਿਆ ਗਿਆ, ਪਰ ਨਿਹਾਲੋ ਦੀ ਹਾਲਤ ਵੇਖ ਕੇ ਸਭ ਨੇ ਕੰਨਾਂ 'ਤੇ ਹੱਥ ਧਰ ਲਏ। ਹਰ ਕਿਸੇ ਨੇ ਰਾਏ ਦਿੱਤੀ ਕਿ ਛੇਤੀ ਤੋਂ ਛੇਤੀ ਕਿਸੇ ਡਾਕਟਰ ਜਾਂ ਨਰਸ ਨੂੰ ਬੁਲਾਇਆ ਜਾਵੇ। ਉਹਨਾਂ 'ਚੋਂ ਬਹੁਤੀਆਂ ਦਾ ਖਿਆਲ ਸੀ ਕਿ ਬੱਚਾ ਪੇਟ ਵਿੱਚ ਜਾਂ ਤਾਂ ਮਰ ਚੁੱਕਾ ਜਾਂ ਮਰਨ ਵਾਲਾ ਹੈ। ਵਿਚਾਰੇ ਨਵਲ ਕਿਸ਼ੋਰ ਨੇ ਜ਼ਿੰਦਗੀ 'ਚ ਇਹੋ ਜਿਹਾ ਭੌਜਲ ਕਦੇ ਨਹੀਂ ਸੀ ਵੇਖਿਆ। ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਕੀ ਕਰੇ ਤੇ ਕਿੱਧਰ ਜਾਵੇ। ਅਖੀਰ ਕੈਂਪ ਦੇ ਖਾਂਡੇ ਵਰਤੇ ਬਜ਼ੁਰਗ ਨੇ ਉਹਨੂੰ ਸਮਝਾਇਆ, ਬੀਬਾ ਖੜਾ ਕੀ ਮੂੰਹ ਤੱਕ ਰਿਹਾ, ਜਾਂ ਕਿਸੇ ਨੂੰ ਸੱਦ ਲਿਆ। ਨਵਲ ਕਿਸ਼ੋਰ ਡੱਡੋ ਲਿੱਕਾ ਹੋ ਕੇ ਕਹਿਣ ਲੱਗਾ, ਤਾਇਆ ਮੇਰਾ ਤੇ ਵਾਕਫ ਕੋਈ ਨਹੀਂ, ਕਿਹਨੂੰ ਸੱਦਾਂ। ਉਹਨੇ ਕਿਹਾ, ਡਾਕਟਰ ਆਨੰਦ ਨੂੰ ਜਾਣਨਾ, ਬੜਾ ਸਿਆਣਾ ਹੀ, ਨਾਲੇ ਉਸ ਨਾਲ ਇੱਕ ਛੋਟੀ ਡਾਕਟਰ ਵੀ ਹੈਗੀ ਆ, ਉਸੇ ਵੱਲ ਜਾ, ਜੇਲ੍ਹ ਵਾਲੀ ਸੜਕ 'ਤੇ ਹੀ ਉਹਦੀ ਕੋਠੀ। ਨਵਲ ਕਿਸ਼ੋਰ ਨੂੰ ਕੁਝ ਆਸ ਬੱਝਦੀ, ਸਗੋਂ ਹੋਰ ਵੀ ਉਹਦਾ ਦਿਲ ਥੱਲੇ ਥੱਲੇ ਜਾਣ ਲੱਗਾ। ਕੋਠੀ 'ਚ ਰਹਿਣ ਵਾਲੇ ਡਾਕਟਰ ਦੀ ਫੀਸ ਵੀ ਤਾਂ ਉਹ ਜਾਣਦਾ ਸੀ ਥੋੜ੍ਹੀ ਨਹੀਂ ਹੋਣੀ। ਉਹਨੇ ਜਦੋਂ ਆਪਣੇ ਅੰਦਰ ਝਾਤੀ ਮਾਰੀ ਤਾਂ ਇਸ ਵੇਲੇ ਉਹੀ ਥੋੜ੍ਹੀ ਜਿੰਨੀ ਰਕਮ ਬਾਕੀ ਸੀ ਜਿਹੜੀ ਉਹਨਾਂ 600 'ਚੋਂ ਬਚੀ ਸੀ, ਅਤੇ ਬਾਕੀ ਸਾਰੀ ਉਹਨੇ ਖਰਚ ਖਾ ਛੱਡੀ ਸੀ। ਉਹ ਤੋਂ ਵੱਧ ਘਰ 'ਚ ਕੁਝ ਨਹੀਂ ਸੀ, ਅਤੇ ਉਹਨੇ ਉਸੇ ਬਜ਼ੁਰਗ ਨੂੰ ਪੁੱਛਿਆ, ਤਾਇਆ ਕਿੰਨੀ ਕੁ ਫੀਸ ਸੀ ਉਹਦੀ। ਤਾਏ ਨੇ ਖੂਬ ਵਧਾ ਚੜ੍ਹਾ ਕੇ ਦੱਸਿਆ, ਫੀਸ ਸੁਣਿਆ ਉਹ ਗਰੀਬਾਂ ਕੋਲੋਂ ਨਹੀਂ ਲੈਂਦਾ, ਛੋਟਾ ਮੋਟਾ ਆਦਮੀ ਤੇ ਨਹੀਂ, ਲੱਖਾਂ ਦੇ ਕਲਮ ਚੱਲਦੀ ਸੂ। ਕਹਿੰਦੇ ਨੇ ਜਦੋਂ ਵੱਡਾ ਲਾਟ ਅੰਬਾਲੇ ਆਇਆ ਸੀ ਤਾਂ ਉਹਨੇ ਨੋਟਾਂ ਦੀ ਅੱਗ ਬਾਲ ਕੇ ਉਸ ਲਈ ਚਾਹ ਬਣਾਈ ਸੀ। ਨਵਲ ਕਿਸ਼ੋਰ ਸੋਚਣ ਲੱਗਾ, ਏਡਾ ਵੱਡਾ ਆਦਮੀ ਜਿਹੜਾ ਨੋਟਾਂ ਦੀ ਅੱਗ ਬਾਲ ਕੇ ਕਿਸੇ ਲਈ ਚਾਹ ਬਣਾ ਸਕਦਾ ਹੈ, ਕਿ ਉਹ ਮੇਰੀ ਮਾਂ ਲਈ ਮੁਫਤ ਦਵਾਈ ਨਹੀਂ ਦੇਵੇਗਾ। ਉਹ ਛੂਟ ਵੱਟ ਕੇ ਡਾਕਟਰ ਦੀ ਕੋਠੀ ਵੱਲ ਦੌੜ ਪਿਆ, ਅਤੇ ਉਹ ਤੋਂ ਕੋਈ 1 ਘੰਟੇ ਬਾਅਦ ਇੱਕ ਮੋਟਰ ਕਾਰ ਆ ਕੇ ਉਹਨਾਂ ਦੇ ਤੰਬੂ ਅੱਗੇ ਖੜ੍ਹੀ ਹੋਈ, ਜਿਸ 'ਚੋਂ ਪਹਿਲਾਂ ਡਾਕਟਰ ਆਨੰਦ, ਫਿਰ ਮਿਸ ਪੁੰਨੀਆ ਅਤੇ ਸਭ ਤੋਂ ਬਾਅਦ ਨਵਲ ਕਿਸ਼ੋਰ ਤਿੰਨੇ ਅੱਗੜ ਪਿੱਛੜ ਬਾਹਰ ਨਿਕਲੇ। ਮਰੀਜ਼ ਨੂੰ ਕੁਝ ਤਾਂ ਡਾਕਟਰ ਨੇ ਆਪ ਅਤੇ ਕੁਝ ਪੁੰਨਿਆਂ ਦੀ ਮਦਦ ਨਾਲ ਵੇਖਿਆ। ਵੇਖਣ ਚਾਖਣ ਤੋਂ ਬਾਅਦ ਡਾਕਟਰ ਇਸ ਨਤੀਜੇ 'ਤੇ ਪਹੁੰਚਿਆ ਕਿ ਕਿਸੇ ਅਸਹਿ ਸੱਟ ਜਾਂ ਸਦਮੇ ਕਾਰਨ ਨਿਹਾਲੋ ਦੇ ਪੇਟ 'ਚ ਬੱਚੇਦਾਨੀ ਫਟ ਜਾਣ ਕਰਕੇ ਬੱਚਾ ਆਪਣੀ ਅਸਲੀ ਥਾਂ ਤੋਂ ਥਿੜਕ ਕੇ ਮੂੰਹ ਦੇ ਬਲ ਹੋ ਗਿਆ, ਜਿਸ ਕਰਕੇ ਉਹਦਾ ਬਚਣਾ ਮੁਸ਼ਕਿਲ ਹੈ। ਪੁੰਨਿਆ ਇਸ ਕੇਸ ਨੂੰ ਵੇਖ ਕੇ ਘਬਰਾ ਗਈ। ਮਰੀਜ਼ ਨਾਲੋਂ ਵੀ ਬਹੁਤਾ ਦੁੱਖ ਉਹਨੂੰ ਇਹਦੇ ਸੰਬੰਧੀਆਂ ਦੀ ਹਾਲਤ ਵੇਖ ਕੇ ਹੋਇਆ। ਉਹ ਪ੍ਰਤੱਖ ਵੇਖ ਰਹੀ ਸੀ ਜਿਵੇਂ ਛੋਟੀ ਜਿਹੀ ਕਿਸ਼ਤੀ ਦਾ ਮਲਾਹ ਡੁੱਬ ਰਿਹਾ, ਅਤੇ ਜਿਹਦੇ ਨਾਲ ਹੀ ਕਿਸ਼ਤੀ ਵੀ ਪੈਰੋਂ ਪੈਰ ਰਸਾਤਲ ਨੂੰ ਜਾ ਰਹੀ ਹੈ। ਆਪਰੇਸ਼ਨ ਕਰਨਾ ਪਏਗਾ। ਡਾਕਟਰ ਦੇ ਮੂੰਹੋਂ ਨਿਕਲਣ ਦੀ ਢਿੱਲ ਸੀ। ਸਾਰੇ ਟੱਬਰ ਦੇ ਦੁੱਖਾਂ ਦੇ ਢੇਰ 'ਤੇ ਇੱਕ ਹੋਰ ਤੋਦਾ ਉਸਰ ਗਿਆ। ਸਿਵਲ ਹਸਪਤਾਲ ਲੈ ਜਾਓ ਕਹਿ ਕੇ ਜਿਉਂ ਹੀ ਡਾਕਟਰ ਤੰਬੂ 'ਚੋਂ ਬਾਹਰ ਨਿਕਲਣ ਲੱਗਾ, ਪੁੰਨਿਆ ਨੇ ਹੱਥ ਫੜ ਉਹਨੂੰ ਰੋਕ ਲਿਆ। ਡਾਕਟਰ ਜੀ। ਡਾਕਟਰ ਨੇ ਉਸ ਵੱਲ ਤੱਕਿਆ। ਉਹ ਬੋਲੀ, ਪਰ ਇਹਦਾ ਇੰਤਜ਼ਾਮ ਕੌਣ ਕਰੇਗਾ। ਇੰਤਜ਼ਾਮ? ਡਾਕਟਰ ਸੋਚੀ ਪੈ ਗਿਆ। ਇਹ ਸਾਨੂੰ ਹੀ ਕਰਨਾ ਪਏਗਾ ਡਾਕਟਰ ਜੀ। ਪੁੰਨਿਆ ਦੀਆਂ ਅੱਖਾਂ ਉਹਦੀਆਂ ਅੱਖਾਂ 'ਚ ਗੱਡੀਆਂ ਗਈਆਂ। ਜਦ ਤੀਕ ਕਿ ਵਿਚਾਰੇ ਹਸਪਤਾਲ ਪਹੁੰਚਾਉਣ ਦਾ ਇੰਤਜ਼ਾਮ ਕਰਨਗੇ, ਤਦ ਤੀਕ
ਤਾਂ ਮਰੀਜ਼ ਨੇ ਖਤਮ ਹੋ ਜਾਣਾ। ਡਾਕਟਰ ਨੇ ਸਵਾਲ ਭਰੀ ਨਜ਼ਰ ਨਾਲ ਉਸ ਵੱਲ ਤੱਕਿਆ। ਕਾਰ ਜੋ ਸਾਡੇ ਕੋਲ ਹੈ, ਪੁੰਨਿਆ ਨੇ ਜਵਾਬ ਦਿੱਤਾ ਤੇ ਬਿਨਾਂ ਉਹਦੀ ਪ੍ਰਵਾਨਗੀ ਉਡੀਕਿਆ ਉਹ ਨਿਹਾਲੋ ਦੀ ਸਰਹੱਦੀ ਜਾ ਖੜੋਤੀ ਤੇ ਉਹਦੇ ਮੋਢਿਆਂ ਨੂੰ ਮਜ਼ਬੂਤ ਹੱਥ ਪਾਉਂਦੀ ਹੋਈ ਕੋਲ ਖਲੋਤੀਆਂ ਜਨਾਨੀਆਂ ਨੂੰ ਕਹਿਣ ਲੱਗੀ, ਹੱਥ ਪਵਾਓ ਭੈਣੋ ਜ਼ਰਾ, ਖੜੀਆਂ ਮੂੰਹ ਕੀ ਤੱਕਦੀਆਂ ਜੀ। ਨਿਹਾਲੋ ਨੂੰ ਹੱਥੋਂ ਹੱਥੀ ਚੁੱਕ ਕੇ ਮੋਟਰ ਦੀ ਪਿਛਲੀ ਸੀਟ ਤੇ ਲਟਾ ਦਿੱਤਾ ਗਿਆ। ਫਿਰ ਛੋਟੀ ਡਾਕਟਰ ਦਾ ਇਸ਼ਾਰਾ ਪਾ ਕੇ ਨਵਲ ਕਿਸ਼ੋਰ ਤੇ ਸ਼ੀਲੋ ਦੋਵੇਂ ਭੈਣ ਭਰਾ ਅੰਦਰ ਲੰਘ ਕੇ ਮਾਂ ਦੇ ਕੋਲ ਜਾ ਬੈਠੇ। ਹਸਪਤਾਲ ਦੇ ਜਨਾਨਾ ਵਾਰਡ ਵਿੱਚ ਨਿਹਾਲੋ ਨੂੰ ਇੱਕ ਡਾਕਟਰ ਦੇ ਚਾਰਜ 'ਚ ਦਿੱਤਾ ਗਿਆ। ਇਹਨਾਂ ਥਾਵਾਂ 'ਤੇ ਅੱਵਲ ਤਾਂ ਕਿਸੇ ਗਰੀਬ ਦਾ ਦਖਲ ਹੋਣਾ ਹੀ ਗਨੀਮਤ ਹੈ। ਭਲਾ ਜੇ ਮੁਹਿੰਮ ਸਾਰ ਹੋ ਵੀ ਗਈ ਤਾਂ ਇਹ ਤੋਂ ਬਾਅਦ ਇੱਥੇ ਕਦਮ ਕਦਮ 'ਤੇ ਰੁਪਇਆਂ ਦਾ ਛਿੜਕਾਓ ਕਰਨਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਇੱਥੋਂ ਕਿਸੇ ਲਾਭ ਦੀ ਉਮੀਦ ਨਹੀਂ ਹੋ ਸਕਦੀ। ਪਰ ਨਿਹਾਲੋ ਇਹੋ ਜਿਹੀ ਕਿਸੇ ਬਦਸਲੂਕੀ ਤੋਂ ਬਚੀ ਰਹੀ, ਕਿਉਂਕਿ ਦਾਖਲ ਕਰਾਉਣ ਵਾਲਾ ਕੋਈ ਹੋਰ ਨਹੀਂ ਡਾਕਟਰ ਆਨੰਦ ਸੀ। ਉਦੋਂ ਵੀ ਜ਼ਿਆਦਾ ਸੀ ਉਹਦੀ ਅਸਿਸਟੈਂਟ ਮਿਸ ਪੁੰਨਿਆ। ਰੋਗਣ ਦੀ ਹਾਲਤ ਖਤਰਨਾਕ ਸੀ। ਬੱਚਾ ਭਾਵੇਂ ਉਹਦੇ ਪੇਟ 'ਚ ਅਜੇ ਤੱਕ ਜਿਉਂਦਾ ਸੀ, ਪਰ ਇਹਦੇ 1 ਘੰਟੇ ਤੋਂ ਵੱਧ ਜਿਉਂਦੇ ਰਹਿਣ ਦੀ ਉਮੀਦ ਨਹੀਂ ਸੀ। ਜੱਚਾ ਦੀ ਤਕਲੀਫ ਦਾ ਕੋਈ ਓੜਕ ਬੰਨਾ ਨਹੀਂ ਸੀ। ਉਹ ਅੱਧ ਕੁੱਠੇ ਕੁੱਕੜ ਵਾਂਗ ਬੁਰੀ ਤਰ੍ਹਾਂ ਛਟਪਟਾ ਰਹੀ ਸੀ। ਨਵਲ ਕਿਸ਼ੋਰ ਤੇ ਸ਼ੀਲੋ ਦੋਵੇਂ ਮਾਂ ਦੀ ਹਾਲਤ ਵੇਖ ਵੇਖ ਕੇ ਸਖਤ ਪਰੇਸ਼ਾਨ ਹੋ ਰਹੇ ਸਨ। ਨਿਹਾਲੋ ਦੀ ਤਕਲੀਫ ਬੇਕਾਬੂ ਹੋ ਕੇ ਸਾਰੇ ਵਾਰਡ ਲਈ ਬੇਆਰਾਮੀ ਦਾ ਕਾਰਨ ਬਣ ਗਈ। ਉਹਨੂੰ ਜਦ ਮਾਰਫੀਆ ਦੀ ਡੋਜ਼ ਦਿੱਤੀ ਗਈ ਤਾਂ ਥੋੜ੍ਹੀ ਦੇਰ ਬਾਅਦ ਉਹਨੂੰ ਨੀਂਦਰ ਆ ਗਈ। ਸਿਵਲ ਸਰਜਨ ਦੀ ਪ੍ਰਵਾਨਗੀ ਬਿਨਾਂ ਆਪਰੇਸ਼ਨ ਨਹੀਂ ਸੀ ਕੀਤਾ ਜਾ ਸਕਦਾ ਤੇ ਉਹ ਇਸ ਵੇਲੇ ਮੌਜੂਦ ਨਹੀਂ ਸੀ, ਸੋ ਸਾਰਾ ਅਮਲਾ ਉਹਦੀ ਉਡੀਕ 'ਚ ਬੈਠਾ ਰਿਹਾ। ਅਖੀਰ ਸਿਵਲ ਸਰਜਨ ਆਇਆ। ਉਹਨੇ ਮਰੀਜ਼ ਦੀ ਦੇਖਭਾਲ ਕੀਤੀ ਤੇ ਉਹਨੇ ਫੈਸਲਾ ਦਿੱਤਾ, ਬੱਚਾ ਪੇਟ 'ਚ ਮਰ ਚੁੱਕਾ ਹੈ, ਮਰੀਜ਼ ਨੂੰ ਆਪਰੇਸ਼ਨ ਰੂਮ 'ਚ ਲਿਜਾਇਆ ਜਾਏ। ਅਖੀਰ ਇਹੋ ਕੁਝ ਹੋਇਆ। ਆਪਰੇਸ਼ਨ ਦੀ ਮਦਦ ਨਾਲ ਬੱਚੇ ਦੇ ਮੁਰਦਾ ਲੋਥੜੇ ਨੂੰ ਟੁਕੜੇ ਟੁਕੜੇ ਕਰਕੇ ਕੱਢਿਆ ਗਿਆ। ਬਾਕੀ ਰਹਿ ਗਿਆ ਨਿਹਾਲੋ ਦੀ ਜ਼ਿੰਦਗੀ ਦਾ ਸਵਾਲ। ਨਵਲ ਕਿਸ਼ੋਰ ਲਈ ਜਿਵੇਂ ਦੁਨੀਆ ਹੀ ਬਦਲ ਚੁੱਕੀ ਸੀ। ਕੁਦਰਤ ਨੇ ਉਸ ਵਿਚਾਰੇ 'ਤੇ ਜਿਹੜੀ ਪਹਿਲੀ ਬਿਪਤਾ ਪਾਈ ਦੇਸ ਨਿਕਾਲੇ ਦੀ, ਉਹ ਕਿਉਂਕਿ ਸਰਬ ਸਾਂਝੀ ਸੀ, ਇਸ ਲਈ ਉਹ ਆਪਣੀ ਹੋਰ ਬੇਅੰਤ ਵਤਨੀਆਂ ਸਮੇਤ ਉਹਨੂੰ ਝੱਲ ਗੁਜ਼ਰਿਆ। ਦੁਰਭਾਗ ਨੇ ਜਿਸ ਤਰ੍ਹਾਂ ਉਹਨੂੰ ਘਰੋਂ ਕੱਢ ਕੇ ਇੱਕ ਪਾਟੇ ਤੰਬੂ 'ਚ ਲਿਆ ਸੁੱਟਿਆ ਸੀ, ਇਸ ਦੁੱਖ ਨੂੰ ਉਹ ਦੂਸਰਿਆਂ ਦੀ ਦੇਖਾ ਦੇਖੀ ਜਰ ਗਿਆ ਸੀ। ਪਰ ਇਹ ਜਿਹੜਾ ਨਵਾਂ ਅਨਰਥ ਉਸ ਨਾਲ ਹੋਣ ਵਾਲਾ ਸੀ, ਉਹਦਾ ਕੀ ਬਣੇਗਾ? ਬਾਰ-ਬਾਰ ਇਹ ਗੱਲ ਉਹਦੇ ਸੀਨੇ 'ਚੋਂ ਸ਼ੂਕਰ ਦੇ ਸੱਪ ਵਾਂਗ ਲੰਘ ਜਾਂਦੀ। ਜੇ ਮਾਂ ਮਰ ਗਈ ਤਾਂ ਮੈਂ ਕੀ ਕਰਾਂਗਾ? ਬਾਲਾਂ ਨੂੰ ਕੌਣ ਸਾਂਭੇਗਾ? ਕੁੜੀਆਂ ਦੇ ਵਿਆਹ ਦਾ ਕੀ ਬਣੇਗਾ? ਘੁੰਨੂ ਨੂੰ ਕੌਣ ਪਾਲੇਗਾ? ਭਾਈਏ ਦੀ ਦੇਖਭਾਲ ਕੌਣ ਕਰੇਗਾ? ਇਹ ਸਭ ਕੁਝ ਦੁਖਦਾਈ ਸੀ। ਮੌਤ ਦੇ ਮੂੰਹ 'ਚ ਆਈ ਹੋਈ ਉਹਦੀ ਮਾਂ ਦੀ ਹਾਲਤ ਇਦੋਂ ਵੀ ਸਖਤ ਕਸ਼ਟਮਈ ਸੀ। ਸਭ ਤੋਂ ਵੱਧ ਜਿਸ ਚੀਜ਼ ਦਾ ਸੰਤਾਪ ਨਵਲ ਕਿਸ਼ੋਰ ਦੇ ਦਿਲ ਦੀਆਂ ਬੋਟੀਆਂ ਤੋੜ ਰਿਹਾ ਸੀ, ਇੱਕ ਹੋਰ ਹੀ ਚੀਜ਼ ਸੀ। ਅੱਜ ਤੋਂ ਨਹੀਂ, ਕਈ ਦਿਨ ਪਹਿਲਾਂ ਤੋਂ ਹੀ ਉਹਦੇ ਅੰਦਰ ਇਹਦੀ ਤਲਖ ਅਨੁਭਵਤਾ ਉਹਨੂੰ ਬੇਆਰਾਮ ਕਰਦੀ ਚਲੀ ਆ ਰਹੀ ਸੀ। ਕਈ ਦਿਨ ਹੋਏ ਨਿਹਾਲੋ ਨੇ ਉਹਨੂੰ ਕਿਹਾ ਸੀ, ਚੇਤੂ ਮੇਰਾ ਦਿਲ ਕਹਿੰਦਾ ਹੈ ਇਹ ਜਿਹੜੇ 600 ਰੁਪਈਏ ਤੂੰ ਲਿਆਂਦੇ ਨੇ, ਇਹ ਸਾਨੂੰ ਨਹੀਂ ਪਚਣੇ। ਪੁੱਤਰ, ਪਾਪ ਦੀ ਕੌਡੀ ਜਿੱਥੇ ਆ ਵੜੇ ਉਹ ਥਾਂ ਦੇਵੀ ਦੇਵਤਿਆਂ ਦੇ ਸਰਾਪ ਨਾਲ ਉੱਜੜ ਜਾਇਆ ਕਰਦੀ ਏ। ਨਾ ਜਾਣੀਏ ਨਿਹੱਕ ਦਾ ਪੈਸਾ ਸਾਡੇ ਉੱਤੇ ਕੋਈ ਬਿਪਤਾ ਪਾ ਦੇਵੇ। ਮਾਂ ਦੇ ਇਸ ਕਹਿਣ ਨੂੰ ਪਹਿਲਾਂ ਤਾਂ ਉਹਨੇ ਨਿਰਾ ਜਨਾਨੀਆਂ ਦਾ ਵਹਿਮ ਕਹਿ ਕੇ ਹੱਸ ਛੱਡਿਆ ਸੀ, ਪਰ ਜਿਸ ਵੇਲੇ ਤੋਂ ਸ਼ਿਬੂ ਨਾਲ ਇਸ ਪੁਲੀ ਵਾਲੀ ਮੁਲਾਕਾਤ ਕਰਕੇ ਮੁੜਿਆ, ਉਹਦੇ ਦਿਲ ਨੂੰ ਯਕੀਨ ਹੋ ਗਿਆ ਕਿ ਉਹਨੇ ਸੱਚਮੁੱਚ ਹੀ ਨਿਹੱਕ ਦਾ ਪੈਸਾ ਘਰ 'ਚ ਲਿਆ ਵਾੜਿਆ। ਉਹਨੂੰ ਮਾਂ ਦੀਆਂ ਕਈਆਂ ਗੱਲਾਂ ਬੇਮਤਲਬ ਨਹੀਂ ਸਗੋਂ ਵਜ਼ਨਦਾਰ ਜਾਪਣ ਲੱਗੀਆਂ। ਉਹਦੇ ਘਰ ਜੋ ਕੁਝ ਅੱਜ ਵਾਪਰ ਚੁੱਕਾ ਸੀ, ਇਸ ਨਾਲ ਉਹਨੂੰ ਪੂਰਾ ਯਕੀਨ ਬੱਝ ਗਿਆ ਕਿ ਜ਼ਰੂਰ ਇਹ ਸਭ ਉਸੇ ਪਾਪ ਦੀ ਖੱਟੀ ਦਾ ਹੀ ਫਲ ਹੈ। ਇਹੋ ਵਜ੍ਹਾ ਸੀ ਕਿ ਨਾ ਤਾਂ ਡਾਕਟਰ ਆਨੰਦ ਦੀਆਂ ਦਿੱਤੀਆਂ ਹੋਈਆਂ ਤਸੱਲੀਆਂ ਨਾਲ, ਨਾ ਹੀ ਛੋਟੀ ਡਾਕਟਰ ਦੀਆਂ ਦਿਲਬਰੀਆਂ ਨਾਲ ਉਹਨੂੰ ਕੋਈ ਢਾਰਸ ਬੱਝੀ। ਉਹਦੇ ਦਿਲੋਂ ਬਾਰ-ਬਾਰ ਇਹੋ ਆਵਾਜ਼ ਉੱਠਦੀ, ਭਾਵੇਂ ਕੁਝ ਵੀ ਹੋਵੇ, ਇਹ ਘਰ ਹੁਣ ਬਰਬਾਦ ਹੋ ਕੇ ਹੀ ਰਹੇਗਾ। ਇਸ ਘਰ 'ਚ ਪਾਪ ਦਾ ਪੈਸਾ ਜੁਆਰ ਰਲਿਆ, ਪਰ ਇਹਦਾ ਇਲਾਜ? ਘੜੀ ਮੁੜੀ ਨਵਲ ਕਿਸ਼ੋਰ ਦੇ ਦਿਲੋਂ ਸਵਾਲ ਉੱਠਦਾ, ਜਿਹਦੇ ਜਵਾਬ 'ਚ ਉਹ ਸੋਚਦਾ, ਕੋਈ ਇਲਾਜ ਨਹੀਂ, ਤਬਾਹੀ ਹੋ ਕੇ ਹੀ ਰਹੇਗੀ, ਕਿਸੇ ਦੇ ਵੀ ਰੋਕਿਆਂ ਰੁਕ ਨਹੀਂ ਸਕਦੀ। ਅੱਧੀ ਜਾਂ ਪੌਣੀ ਰਾਤ ਨਵਲ ਕਿਸ਼ੋਰ ਨੇ ਇਹਨਾਂ ਨੂੰ ਲਹੂ ਪੀਣੇ ਖਿਆਲਾਂ ਦੇ ਘੁੰਮਣ ਘੇਰ 'ਚ ਚੱਕਰ ਖਾਂਦਿਆਂ ਗੁਜ਼ਾਰ ਦਿੱਤੀ। ਉਹਦਾ ਯਕੀਨ ਪੈਰੋਂ ਪੈਰ ਪੱਕਾ ਹੁੰਦਾ ਜਾਂਦਾ ਸੀ ਕਿ ਉਹਦੀ ਮਾਂ ਹੁਣ ਬਚ ਨਹੀਂ ਸਕਦੀ। ਉਹਦੇ ਚੌਂਈ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਸੀ। ਇਸ ਨਿਰਾਸ਼ਾ ਦਾ ਸਭ ਤੋਂ ਭਿਆਨਕ ਪਾਸਾ ਸੀ ਮਾਇਕ ਪਾਸਾ। ਉਹਦੇ ਘਰ 'ਚ ਇਸ ਵੇਲੇ ਜਿੰਨੀ ਕੁ ਰਕਮ ਹੈ ਸੀ, ਉਹ ਤਾਂ ਉਸੇ ਪਾਪ ਦੀ ਖੱਟੀ ਸੀ ਕਿ ਉਹਦੇ ਖਰਚ ਨਾਲ ਉਹ ਆਪਣੇ ਪਾਪ ਦੀ ਪੰਡ ਹੋਰ ਭਾਰੀ ਕਰੇ। ਉਹਦੀ ਤਨਖਾਹ ਮਿਲਣ 'ਚ ਅਜੇ ਕਾਫੀ ਦਿਨ ਸਨ ਤੇ ਜਿਸ ਸ਼ੁਕਲ ਜੀ ਉੱਤੇ ਉਹਨੂੰ ਸਭ ਤੋਂ ਵੱਧ ਬਹੁਤਾ ਮਾਣ ਸੀ, ਉਹਨੂੰ ਉਹ ਅੱਗੇ ਇੱਕ ਵਾਰੀ ਅਜ਼ਮਾ ਕੇ ਵੇਖ ਚੁੱਕਾ ਸੀ, ਜਿੱਥੋਂ ਕੋਰੇ ਚੈੱਕ ਦੀ ਥਾਂ ਉਹਨੂੰ ਕੋਰਾ ਜਵਾਬ ਹੀ ਪ੍ਰਾਪਤ ਹੋਇਆ ਸੀ। ਰਾਤ ਅੱਧੀ ਦੇ ਲਗਭਗ ਬੀਤ ਚੁੱਕੀ ਸੀ। ਮਾਂ ਦੇ ਮੰਜੇ ਲਾਗੇ ਨਵਲ ਕਿਸ਼ੋਰ ਫਰਸ਼ ਦੇ ਖੇਸ ਵਿੱਚ ਆ ਕੇ ਲੇਟਿਆ ਸੀ।
ਨਿਹਾਲੋ ਨੂੰ ਦੁਬਾਰਾ ਮਾਫੀਆ ਦੇ ਕੇ ਉਹਦੀ ਪੀੜ ਉੱਤੇ ਨੀਂਦਰ ਦਾ ਗਿਲਾਫ ਚਾੜਿਆ ਗਿਆ। ਪਰ ਨਵਲ ਕਿਸ਼ੋਰ ਨੂੰ ਜੇ ਕਦੇ ਇਸੇ ਮਾਰਫੀਆ ਦੀਆਂ ਇੱਕ ਦੀ ਥਾਂ 2-3 ਡੋਜ਼ਾਂ ਵੀ ਕੋਈ ਦੇ ਦਿੰਦਾ ਤਾਂ ਵੀ ਨੀਂਦਰ ਉਹਦੇ ਨੇੜੇ ਨਾ ਆ ਸਕਦੀ, ਕਿਉਂਕਿ ਸਰੀਰਕ ਪੀੜ ਨਾਲੋਂ ਮਾਨਸਿਕ ਪੀੜ ਜ਼ਿਆਦਾ ਦੁਖਦਾਈ ਤੇ ਅਸਾਧ ਹੁੰਦੀ ਹੈ। ਉਹ ਘੜੀ ਮੁੜੀ ਆਪਣੀ ਕਿਸਮਤ ਉੱਤੇ ਝੁੰਝਲਾ ਉੱਠਦਾ, ਜਿਹੜੀ ਇਨ੍ਹੀਂ ਦਿਨੀਂ ਉਸ ਨਾਲ ਅਜੀਬ ਮਖੌਲ ਕਰ ਰਹੀ ਸੀ। ਕਦੀ ਤਾਂ ਉਹਦੀਆਂ ਖਾਬਾਂ 'ਚ ਅਰਸ਼ਾਂ ਜਿੰਨੀ ਉੱਚਾਈ, ਕਦੀ ਪਤਾਲ ਨਾਲੋਂ ਵੀ ਡੂੰਘੀ ਢਾਹ। ਇਸ ਵੇਲੇ ਇੱਕੋ ਚੀਜ਼ ਸੀ ਜਿਸ ਬਾਰੇ ਮੁੜ ਮੁੜ ਉਹਦੇ ਹਿਰਦੇ 'ਚੋਂ ਇੱਕ ਪੁਕਾਰ ਉੱਠਦੀ, ਹੇ ਪਰਮਾਤਮਾ ਮੇਰਾ ਸਭ ਕੁਝ ਲੈ ਲਵੇ, ਸਾਰੀ ਉਮਰ ਲਈ ਬੇਤਨਖਾਹ ਖਰੀਦ ਲਵੇ। ਇੱਕ ਵਾਰੀ ਮੇਰੀ ਮਾਂ ਦੀ ਜਾਨ ਬਚ ਜਾਏ, ਮੈਂ ਹੋਰ ਸਾਰੀਆਂ ਮੁਸੀਬਤਾਂ ਸਹਿ ਲਵਾਂਗਾ। ਪਰ ਜੇ ਮੇਰੀ ਮਾਂ। ਘੜਿਆਲੀ ਨੇ ਇੱਕ ਦਾ ਘੰਟਾ ਖੜਕਾਇਆ। ਲੰਮੇ ਪਿਆ ਨਵਲ ਕਿਸ਼ੋਰ ਜ਼ੋਰ ਦੇ ਕੇ ਅੱਖਾਂ ਮੀਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਜੋ 2 ਘੜੀਆਂ ਲਈ ਉਹਨੂੰ ਨੀਂਦਰ ਆ ਜਾਏ, ਪਰ ਬੇਅਰਥ। ਨਿਹਾਲੋ ਨੂੰ ਤੀਜੀ ਵਾਰੀ ਮਾਰਫੀਆ ਦਿੱਤਾ ਜਾ ਚੁੱਕਾ ਸੀ। ਇਸੇ ਵੇਲੇ ਉਹਦੇ ਕੰਨਾਂ 'ਚ ਮੋਟਰ ਦੀ ਘੂੰ ਸੁਣਾਈ ਦਿੱਤੀ। ਫਿਰ 3-4 ਵਾਰੀ ਹਾਰਨ ਵੱਜਣ ਦੀ। ਸ਼ਾਇਦ ਹਸਪਤਾਲ ਦੇ ਗੇਟ ਵੱਲੋਂ ਇਹ ਆਵਾਜ਼ ਆ ਰਹੀ ਸੀ। ਉੱਠ ਕੇ ਬੈਠ ਗਿਆ। ਬੈਠਿਆ ਉਹਨੂੰ 2 ਮਿੰਟ ਹੀ ਹੋਏ ਹੋਣਗੇ ਕਿ ਦੂਰੋਂ ਹਨੇਰੇ 'ਚ ਤੇਜ਼ ਚਾਨਣ ਦੀਆਂ 2 ਅੱਖਾਂ ਜਿਹੀਆਂ ਇਸੇ ਪਾਸੇ ਆਉਂਦੀਆਂ ਉਹਨੂੰ ਦਿਖਾਈ ਦਿੱਤੀਆਂ। ਫਿਰ ਉਹਦੀ ਪਛਾਤੀ ਹੋਈ ਕਾਰ ਉਸੇ ਵਾਰਡ ਦੇ ਸਾਹਮਣੇ ਆ ਕੇ ਖੜੀ ਹੋ ਗਈ। ਫਿਰ ਤਾਕੀ ਖੋਲ੍ਹ ਕੇ ਇੱਕ ਇਸਤਰੀ ਕਾਰ ਉਸ 'ਚੋਂ ਬਾਹਰ ਨਿਕਲਿਆ। ਜਿਉਂ ਹੀ ਨਵਲ ਕਿਸ਼ੋਰ ਨੇ ਉਹਨੂੰ ਇਸ ਪਾਸੇ ਆਉਂਦਿਆਂ ਤੱਕਿਆ, ਉੱਠ ਕੇ ਖੜਾ ਹੋ ਗਿਆ। ਉਹਦੇ ਨੇੜੇ ਆਉਣ 'ਤੇ ਨਵਲ ਕਿਸ਼ੋਰ ਨੇ ਝੱਟ ਉਹਨੂੰ ਪਛਾਣ ਲਿਆ। ਉਹੀ ਛੋਟੀ ਡਾਕਟਰ ਸੀ ਜਿਹੜੀ ਰਾਤੀ ਕਿੰਨਾ ਹੀ ਚਿਰ ਉਹਦੀ ਮਾਂ ਪਾਸ ਬੈਠੀ ਰਹੀ ਸੀ। ਆਪਰੇਸ਼ਨ ਵੇਲੇ ਭਾਵੇਂ ਨਵਲ ਕਿਸ਼ੋਰ ਨੂੰ ਕਮਰੇ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ, ਪਰ ਉਹ ਇਸ ਛੋਟੀ ਡਾਕਟਰ ਦੀ ਭੱਜੋ ਨੱਠੀ ਨੂੰ ਗੌਰ ਨਾਲ ਵੇਖਦਾ ਰਿਹਾ ਸੀ, ਜਿਹੜੀ ਬੜੀ ਫੁਰਤੀ ਨਾਲ ਕਦੀ ਅੰਦਰੋਂ ਬਾਹਰ ਕਦੀ ਬਾਹਰੋਂ ਅੰਦਰ ਤਦ ਤੱਕ ਦੌੜੀ ਫਿਰੀ ਸੀ ਜਦ ਤੱਕ ਕਿ ਆਪਰੇਸ਼ਨ ਦਾ ਕੰਮ ਖਤਮ ਨਾ ਹੋ ਗਿਆ। ਕਿਸ਼ੋਰ। ਆਪਣਾ ਨਾਂ ਛੋਟੀ ਡਾਕਟਰ ਦੇ ਮੂੰਹੋਂ ਸੁਣ ਕੇ ਨਵਲ ਕਿਸ਼ੋਰ ਸਤਿਕਾਰ ਨਾਲ ਹੱਥ ਜੋੜ ਕੇ ਕੁਝ ਸੰਗਦਾ ਉਸ ਵੱਲ ਵਧਿਆ। ਨਵਲ ਕਿਸ਼ੋਰ ਨੂੰ ਡੱਡੋ ਲਿੱਕਾ ਵੇਖ ਕੇ ਪੁੰਨਿਆ ਉਹਨੂੰ ਦਿਲਾਸਾ ਦੇਣ ਲੱਗੀ। ਤੇਰੀ ਮਾਂ ਨੂੰ ਆਰਾਮ ਆ ਜਾਏਗਾ, ਘਾਬਰਨਾ। ਤੇਰੇ ਵਰਗੇ ਜਵਾਨਾਂ ਨੂੰ ਘਾਬਰਨਾ ਨਹੀਂ ਚਾਹੀਦਾ। ਪੁੰਨਿਆ ਦਾ ਦਿਲਾਸਾ ਨਵਲ ਕਿਸ਼ੋਰ ਦੇ ਅੱਥਰੂਆਂ ਨੂੰ ਰੋਕਣ ਦਾ ਕਾਰਨ ਬਣ ਗਿਆ। ਉਹ ਅੱਖਾਂ ਪੂੰਝਦਾ ਬੋਲਿਆ, ਨਹੀਂ ਡਾਕਟਰ ਜੀ, ਇਸ ਨੂੰ ਆਰਾਮ ਨਹੀਂ ਆਉਣਾ। ਨਹੀਂ ਆਉਣਾ? ਪੁੰਨਿਆ ਬੋਲੀ, ਇਹ ਤੂੰ ਕੀ ਕਹਿਣ ਡਿਆ ਹੋਇਆ? ਜੀ ਇਹ ਮੇਰੇ ਹੀ ਪਾਪ ਦਾ ਫਲ ਭੋਗ ਰਹੀ ਹੈ ਵਿਚਾਰੀ। ਤੇਰੇ ਪਾਪ ਦਾ? ਜੀ। ਇਹੋ ਜਿਹਾ ਕਿਹੜਾ ਪਾਪ ਕੀਤਾ ਤੂੰ? ਨਵਲ ਕਿਸ਼ੋਰ ਬੋਲਿਆ ਨਹੀਂ। ਉਹਦੀਆਂ ਅੱਖਾਂ 'ਚੋਂ ਪਾਣੀ ਦੀਆਂ ਬੂੰਦਾਂ ਟਪਕਣ ਲੱਗੀਆਂ। ਕਿਸ਼ੋਰ। ਪੁੰਨਿਆ ਦੀਆਂ ਪਤਲੀਆਂ ਉਂਗਲਾਂ ਉਹਦੇ ਸਿਰ 'ਤੇ ਫਿਰ ਰਹੀਆਂ ਸਨ। ਦਿਲ ਨਹੀਂ ਛੱਡੀਦਾ। ਨਵਲ ਕਿਸ਼ੋਰ ਸਿਸਕੀਆਂ ਭਰ ਰਿਹਾ ਸੀ। ਮੇਰੇ ਪਾਪ ਦਾ ਫਲ ਮੈਂ ਕਹਿੰਦਾ ਇਸ ਵਿਚਾਰੀ ਨੂੰ ਕਿਉਂ ਭੋਗਣਾ ਪਿਆ? ਮਈਓ ਕਿਉਂ ਨਾ ਬਿਮਾਰ ਹੋ ਗਿਆ? ਉਹ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ। ਆ ਜ਼ਰਾ ਉੱਥੇ ਚੱਲ ਕੇ ਗੱਲਾਂ ਕਰੀਏ, ਕਹਿੰਦੀ ਹੋਈ ਪੁੰਨਿਆ ਉਹਦਾ ਹੱਥ ਫੜ ਕੇ ਇੱਕ ਪਾਸੇ ਤੁਰ ਗਈ। ਹਾਂ, ਕੀ ਪਾਪ ਕੀਤਾ ਤੂੰ? ਇੱਕ ਲਵਾਂਜੇ ਪਹੁੰਚ ਕੇ ਉਹਨੇ ਨਵਲ ਕਿਸ਼ੋਰ ਨੂੰ ਪੁੱਛਿਆ। ਮੈਨੂੰ ਦੱਸਣ 'ਚ ਕੋਈ ਹਰਜ਼ ਤਾਂ ਨਹੀਂ ਸਮਝਦਾ ਕਿਸ਼ੋਰ, ਸਗੋਂ ਤੁਹਾਡੇ ਅੱਗੇ ਦੱਸਣ ਨੂੰ ਮੇਰਾ ਦਿਲ ਕਰ ਰਿਹਾ ਭੈਣ ਜੀ। ਤਾਂ ਦੱਸ ਫਿਰ। ਤੈਨੂੰ ਯਕੀਨ ਦਿਵਾਨੀ ਆ ਕਿ ਮੇਰੇ ਕੋਲੋਂ ਤੇਰੀ ਭਲਾਈ ਹੋਏਗੀ, ਜਿੰਨੀ ਕਿ ਮੈਥੋਂ ਹੋ ਸਕੇ। ਪਹਿਲਾਂ ਮੈਂ ਤੈਨੂੰ ਦੱਸ ਲਵਾਂ ਕਿ ਮੈਂ ਵੀ ਤੇਰੇ ਵਰਗੀ ਇੱਕ ਰਿਫਿਊਜੀ ਹਾਂ। ਤੁਸੀਂ ਕਿਹੜੇ ਜ਼ਿਲ੍ਹੇ ਦੇ ਹੋ? ਜੀ ਜ਼ਿਲ੍ਹਾ ਸਰਗੋਦਾ। ਅਤੇ ਮੈਂ ਵੀ ਸਰਗੋਦੇ ਦੀ ਰਹਿਣ ਵਾਲੀ ਹਾਂ। ਸੁਣ ਕੇ ਨਵਲ ਕਿਸ਼ੋਰ ਦਾ ਦਿਲ ਕੁਝ ਟਿਕਾਣੇ ਆ ਗਿਆ। ਪੁੰਨਿਆ ਬੋਲੀ, ਮੈਂ ਤੈਨੂੰ ਦੱਸਣ ਲੱਗੀ ਸਾਂ ਕਿ ਸ਼ਾਮੀ ਜਦ ਮੈਂ ਤੇ ਡਾਕਟਰ ਹੋਰੀ ਤੇਰੀ ਮਾਂ ਨੂੰ ਇੱਥੇ ਲਿਆਂਦਾ ਸੀ, ਉਦੋਂ ਵੀ ਤੇਰੇ ਚਿਹਰੇ ਤੋਂ ਮੈਨੂੰ ਕੁਛ ਇਉਂ ਜਾਪਿਆ ਸੀ ਜਿਵੇਂ ਤੂੰ ਕਿਤੇ ਬਹੁਤ ਭਾਰੀ ਬੋਝ ਹੇਠ ਦੱਬਿਆ ਹੋਇਆ। ਕਾਰ 'ਚ ਤੂੰ ਮੇਰੇ ਨਾਲ ਬੈਠਾ ਆਇਆ ਸੈਂ। ਤੇਰਾ ਘੜੀ ਮੁੜੀ ਹੌਕੇ ਭਰਨਾ ਦੱਸਦਾ ਸੀ ਕਿ ਤੂੰ ਕਾਫੀ ਔਖਾ ਹੈ, ਪਰ ਉਸ ਵੇਲੇ ਤੈਥੋਂ ਕੁਝ ਪੁੱਛਣ ਦਾ ਮੌਕਾ ਨਹੀਂ ਸੀ। ਘਰ ਜਾ ਕੇ ਵੀ ਮੈਂ ਇਸ ਖਿਆਲ 'ਚ ਰਹੀ, ਇੱਥੋਂ ਤੱਕ ਕਿ ਨੀਂਦਰ ਹੀ ਨਾ ਆਵੇ। ਛੇਕੜ ਮੈਂ ਸੋਚਿਆ ਚੱਲਾਂ, ਨਾਲੇ ਤੇਰੀ ਮਾਂ ਦੀ ਖਬਰ ਲੈ ਆਵਾਂ, ਨਾਲੇ ਤੇਰੇ ਨਾਲ 2-4 ਗੱਲਾਂ ਕਰ ਆਵਾਂ। ਹਾਂ, ਕੀ ਪਾਪ ਹੋਇਆ ਸੀ ਤੈਥੋਂ? ਨਵਲ ਕਿਸ਼ੋਰ ਬੋਲਿਆ, ਮੈਂ ਆਪਣੀ ਸੰਭਾਲ ਵਿੱਚ ਕਦੀ ਕਿਸੇ ਦਾ ਹੱਕ ਨਹੀਂ ਮਾਰਿਆ, ਨਾ ਕਦੀ ਕਿਸੇ ਲੋਭ 'ਚ ਫਸਿਆ ਸਾਂ, ਪਰ ਪਤਾ ਨਹੀਂ ਮੇਰੀ ਮੱਤ 'ਤੇ ਕੀ ਪੜਦਾ ਪੈਂਦਾ ਗਿਆ। ਮੈਂ ਕ੍ਰਾਂਤੀ ਪ੍ਰੈਸ 'ਚ ਕੰਮ ਕਰਦਾ ਉੱਥੇ। ਕ੍ਰਾਂਤੀ ਪ੍ਰੈਸ? ਪੁੰਨਿਆ ਵਿੱਚੋਂ ਹੀ ਬੋਲੀ, ਉਹੀ ਪੰਡਤ ਸ਼ੁਕਲ ਜੀ ਦਾ? ਜੀ ਹਾਂ, ਉਹੀ। ਮੈਂ ਸ਼ੁਕਲ ਜੀ ਨੂੰ ਜਾਣਦੀ ਹਾਂ, ਕਾਂਗਰਸ ਦੇ ਸਰਗਰਮ ਵਰਕਰ ਨੇ, ਪੁਰਾਣੇ ਦੇਸ਼ ਭਗਤ। ਥੋੜ੍ਹੇ ਦਿਨ ਹੋਏ ਨੇ ਡਾਕਟਰ ਹੋਰਾਂ ਉਸ ਨਾਲ ਮੇਰੀ ਮੁਲਾਕਾਤ ਕਰਾਈ ਸੀ, ਕਹਿੰਦੇ ਸਨ ਬੜੇ ਨੇਕ ਆਦਮੀ ਨੇ। ਤੁਸਾਂ ਭੈਣ ਜੀ ਉਹਨਾਂ ਬਾਬਤ ਇਹੋ ਕੁਝ ਸੁਣਿਆ ਹੋਏਗਾ। ਪਰ ਕਹਿੰਦਾ ਚੁੱਪ ਹੋ ਗਿਆ। ਕੋਈ ਗੱਲ ਨਹੀਂ, ਪੁੰਨਿਆ ਬੋਲੀ, ਹੋ ਸਕਦਾ ਮੇਰੀ ਜਾਣਕਾਰੀ ਗਲਤ ਹੋਵੇ। ਮੇਰੀ ਉਹਨਾਂ ਨਾਲ ਥੋੜ੍ਹੇ ਦਿਨਾਂ ਦੀ ਜਾਣ ਪਛਾਣ ਹੈ। ਜਦ ਤੱਕ ਆਦਮੀ ਕਿਸੇ ਨੂੰ ਨੇੜਿਓਂ ਹੋ ਕੇ ਨਾ ਵੇਖੇ, ਕਿਸੇ ਦੇ ਗੁਣਾ ਔਗਣਾ ਬਾਬਤ ਕੀ ਪਤਾ ਲੱਗ ਸਕਦਾ ਹੈ? ਨਵਲ ਕਿਸ਼ੋਰ ਨੇ ਆਦਿ ਤੋਂ ਅੰਤ ਤੱਕ ਆਪਣੀ ਹੱਡ ਬੀਤੀ ਪੂਰੀ ਵੇਰਵੇ ਨਾਲ ਪੁੰਨਿਆ ਅੱਗੇ ਕਹਿ ਸੁਣਾਈ, ਜਿਹਨੂੰ ਸੁਣਦੀ ਪੁੰਨਿਆ ਸੋਨੀ ਹੋ ਗਈ।
ਪੁੰਨਿਆ ਨੂੰ ਨਵਲ ਕਿਸ਼ੋਰ ਦੀ ਬੇਅਕਲੀ ਤੇ ਸਖਤ ਰੰਜ ਹੋਇਆ। ਪੰਡਤ ਸ਼ੁਕਲ ਬਾਬਤ ਤਾਂ ਉਹਦੇ ਅੰਦਰ ਨਫ਼ਰਤ ਤੇ ਗੁੱਸੇ ਦਾ ਜਿਵੇਂ ਲਾਵਾ ਹੀ ਉਬਲ ਪਿਆ। ਉਹ ਡੂੰਘੀ ਚਿੰਤਾ 'ਚ ਸੋਚਣ ਲੱਗੀ, ਜਿਹਨੂੰ ਲੋਕੀ ਪੁਰਾਣਾ ਦੇਸ਼ ਭਗਤ ਤੇ ਪੱਕਾ ਕਾਂਗਰਸੀ ਸਮਝਦੇ ਨੇ, ਅੰਦਰੂਨੀ ਤੌਰ 'ਤੇ ਜਦ ਉਹਦੀ ਇਹ ਹਾਲਤ ਹੈ ਤਾਂ ਦੂਸਰਿਆਂ ਦਾ ਕੀ ਹਾਲ ਹੋਏਗਾ। ਹੋਰ ਤਾਂ ਹੋਰ ਡਾਕਟਰ ਆਨੰਦ ਵਰਗੇ ਵੀ ਉਹਦੇ ਗੁਣ ਗਾਉਂਦੇ ਰੱਜਦੇ ਨਹੀਂ। ਨਵਲ ਕਿਸ਼ੋਰ ਦੀ ਵਾਰਤਾ 'ਚ ਉਹਦੇ ਦੋਸਤ ਸ਼ਿਬੂ ਦਾ ਵੀ ਜ਼ਿਕਰ ਆਇਆ, ਨਾਲ ਉਸ ਕਾਗਜ਼ ਦੇ ਟੁਕੜੇ ਦਾ ਵੀ ਜਿਸ ਬਾਬਤ ਨਵਲ ਕਿਸ਼ੋਰ ਨੇ ਯਕੀਨੀ ਤੌਰ 'ਤੇ ਦੱਸਿਆ ਸੀ ਕਿ ਉਹ ਪੁਰਜ਼ਾ ਸ਼ੁਕਲ ਜੀ ਦੇ ਹੀ ਹੱਥ ਦਾ ਲਿਖਿਆ ਸੀ। ਅੱਛਾ, ਇਹ ਮਾਮਲਾ ਇਸ ਹੱਦ ਤੱਕ ਜਾ ਪਹੁੰਚਿਆ। ਪੁੰਨਿਆ ਥੋੜ੍ਹਾ ਚਿਰ ਸੋਚੀ ਪਈ ਰਹਿਣ ਤੋਂ ਬਾਅਦ ਬੋਲੀ, ਬੇਸ਼ੱਕ ਕਿਸ਼ੋਰ, ਇਹ ਤੈਥੋਂ ਪਾਪ ਹੋਇਆ, ਬਹੁਤ ਭਾਰੀ ਪਾਪ, ਪਰ ਮੈਂ ਤੇਰਾ ਭੁਲੇਖਾ ਕੱਢ ਦੇਣਾ ਚਾਹੁੰਦੀ ਹਾਂ ਕਿ ਇਸ ਪਾਪ ਦੇ ਕਰਨ 'ਚ ਤੇਰਾ ਬਹੁਤ ਥੋੜ੍ਹਾ ਹਿੱਸਾ ਹੈ। ਇਹਦੀ ਜੇ 95% ਦੀ ਜ਼ਿੰਮੇਵਾਰੀ ਸ਼ੁਕਲ ਉੱਤੇ ਹੈ ਤਾਂ ਸਿਰਫ 5% ਤੇਰੇ ਉੱਤੇ। ਤੂੰ ਜਾਣ ਕੇ ਕੁਛ ਨਹੀਂ ਕੀਤਾ। ਤੈਨੂੰ ਥੋੜ੍ਹਾ ਜਿੰਨਾ ਮੂਰਖਤਾ ਕਿਹਾ ਜਾ ਸਕਦਾ, ਪਰ ਪਾਪੀ ਨਹੀਂ। ਸੋ ਸਭ ਤੋਂ ਪਹਿਲਾਂ ਮੈਂ ਤੈਨੂੰ ਕਹਿੰਦੀ ਹਾਂ ਕਿ ਇਸ ਵਹਿਮ ਨੂੰ ਦਿਲੋਂ ਕੱਢ ਛੱਡ ਕਿ ਤੂੰ ਜਾਂ ਤੇਰੀ ਮਾਂ ਤੇਰੇ ਕਿਸੇ ਪਾਪ ਦਾ ਫਲ ਭੁਗਤ ਰਹੇ ਹੋ। ਕੁਦਰਤ ਨਾ ਤਾਂ ਐਡੀ ਜ਼ਾਲਮ ਹੈ ਤੇ ਨਾ ਹੀ ਐਡੀ ਬੇਇਨਸਾਫ ਕਿ ਤੇਰੇ ਕਰਮਾਂ ਦਾ ਫਲ ਤੇਰੇ ਰਿਸ਼ਤੇਦਾਰਾਂ ਨੂੰ ਭੁਗਾਵੇ। ਨਵਲ ਕਿਸ਼ੋਰ ਦੇ ਦਿਲ ਨੂੰ ਜਿਹੜੀ 75 ਲੱਗੀ ਹੋਈ ਸੀ, ਪੁੰਨਿਆਂ ਦੀਆਂ ਗੱਲਾਂ ਸੁਣ ਕੇ ਮੱਠੀ ਹੋ ਗਈ। ਉਹਨੂੰ ਆਪਣੇ ਅੰਦਰ ਕੁਝ ਸ਼ਾਂਤੀ ਤੇ ਤਸੱਲੀ ਹੋਣ ਲੱਗੀ। ਉਹਦਾ ਹਿਰਦਾ ਜਿਹੜਾ ਪਾਪ ਤੇ ਉਹਦੇ ਫਲ ਦੇ ਸਹਿਮ 'ਚ ਪੀੜਿਆ ਜਾ ਰਿਹਾ ਸੀ, ਉਹਨੂੰ ਹੌਲਾ ਹੌਲਾ ਮਹਿਸੂਸ ਹੋਣ ਲੱਗਾ। ਅੱਛਾ ਕਿਸ਼ੋਰ, ਪੁੰਨਿਆ ਬੋਲੀ, ਕੋਈ ਫਿਕਰ ਨਾ ਕਰ, ਇਸ ਮਾਮਲੇ ਨੂੰ ਮੈਂ ਆਪ ਨਜਿੱਠਾਂਗੀ। ਤੂੰ ਸਿਰਫ ਇੰਨਾ ਕਰੀਂ ਕਿ ਉਹ ਜਿਹੜਾ ਕਾਗਜ਼ ਦਾ ਪੁਰਜਾ ਤੇਰੇ ਦੋਸਤ ਕੋਲ ਆ ਮੈਨੂੰ ਲਿਆ ਦੇਈਂ, ਤੇ ਸ਼ਿਬੂ ਨੂੰ ਕਹਿ ਛੱਡੀ ਕਿ ਇਸ ਮਾਮਲੇ ਨੂੰ ਹਾਲੇ ਬਿਲਕੁਲ ਲੁਕਵਾਂ ਰੱਖੇ। ਕਿਸੇ ਨੂੰ ਵੀ ਕੁਝ ਕਹਿਣ ਸੁਣਨ ਦੀ ਉਹਨੂੰ ਲੋੜ ਨਹੀਂ, ਨਾ ਹੀ ਤੈਨੂੰ। ਪਰਸੋਂ ਸਾਡੀ ਇੱਕ ਮੀਟਿੰਗ ਹੋਣ ਵਾਲੀ ਹੈ ਤੇ ਮੀਟਿੰਗ ਸ਼ੁਕਲ ਦੇ ਮਕਾਨ 'ਤੇ ਹੀ ਹੋਏਗੀ, ਜਿਸ 'ਚ ਮੈਂ ਵੀ ਜਾਵਾਂਗੀ ਤੇ ਜੇ ਮੌਕਾ ਮਿਲਿਆ ਤਾਂ ਉੱਥੇ ਹੀ ਉਸ ਨੌਸਰਵਾਜ ਦੀ ਕਲਈ ਖੋਲ੍ਹਣ ਦੀ ਕੋਸ਼ਿਸ਼ ਕਰਾਂਗੀ। ਇਸ ਤੋਂ ਪਹਿਲਾਂ ਮੈਂ ਕਿਸੇ ਕਾਨੂੰਨਦਾਨ ਨਾਲ ਵੀ ਸਲਾਹ ਮਸ਼ਵਰਾ ਕਰ ਲਵਾਂਗੀ ਜੇ ਲੋੜ ਸਮਝੀ। ਬਾਕੀ ਤੂੰ ਮਾਂ ਦੀ ਬਿਮਾਰੀ ਦਾ ਉੱਕਾ ਫਿਕਰ ਨਾ ਕਰ। ਰਾਤੀ ਡਾਕਟਰ ਹੋਰਾਂ ਮੈਨੂੰ ਦੱਸਿਆ ਸੀ ਕਿ ਹੁਣ ਖਤਰੇ ਤੋਂ ਬਾਹਰ ਹੈ। ਥੋੜ੍ਹੀ ਦੇਰ ਬਾਅਦ ਇਹ ਦੋਵੇਂ ਮੁੜ ਨਿਹਾਲੋ ਦੇ ਮੰਜੇ ਪਾਸ ਪਰਤ ਆਏ। ਗੱਲਾਂ ਦਾ ਸਿਲਸਿਲਾ ਹੋਰ ਚੋਖਾ ਚਿਰ ਜਾਰੀ ਰਿਹਾ ਤੇ ਜਿਉਂ-ਜਿਉਂ ਲੰਮਾ ਹੁੰਦਾ ਗਿਆ, ਨਵਲ ਕਿਸ਼ੋਰ ਦੇ ਦਿਲ ਦੀ ਪੀੜ ਘਟਦੀ ਗਈ। ਇਸ ਵਿਚਾਲੇ 2-3 ਵਾਰੀ ਨਿਹਾਲੋ ਨੇ ਵੀ ਔਖੇ ਸਾਹ ਲੈਂਦਿਆਂ ਆਪਣੀ ਤਕਲੀਫ ਪ੍ਰਗਟ ਕੀਤੀ, ਜਿਹਨੂੰ ਪੁੰਨਿਆ ਹਰ ਵਾਰੀ ਤੇ ਹਰ ਹੀਲੇ ਆਰਾਮ ਪਹੁੰਚਾਉਣ ਦੇ ਯਤਨ ਕਰਦੀ ਰਹੀ। ਪ੍ਰਭਾਤ ਵੇਲੇ ਪੁੰਨਿਆ ਉਸੇ ਕਾਰ 'ਚ ਬੈਠ ਕੇ ਵਾਪਸ ਚਲੀ ਗਈ। ਧੰਨਵਾਦ।